परम सत्कारयोग सतगुरां दी साजी निवाजी गुरु रूप प्यारी साध संगत जी, आप जी सारियां संगतां रल मिल के नितनेम कर्म अनुसार परमेश्वर दे चरना कमलों विखे आपो अपनियां हाजरियां भरदे हां। डंडावत वंदना नमस्कार परमेश्वर नूं कीती है। भावें बड़े जन्म होए ने, बड़े वारी जन्म होया है ते बड़े वारी मरण होया है। गुरु साहिब जी महाराज कहते ने, जम जम मरै मरै फेर जमै, बहुत सजाए पया देश लम्मै। ऐसे कर हम बहुत वसाए, जब हम राम गर्भ होए आए। ऐ साडे परमेश्वर अकाल पुरख, ऐसे घर तो असी बड़े वसा चुके हैं। इस तो पहला घर दे विच जन्म होया, फिर मर गए हैं, फिर किसी होर घर दे विच जन्म हो गया, फिर चढ़ाई कर गए। ऐसे घर हम बहुत वसाए। इहो जे घर ते असी पता नहीं किन्ने किस तो पहला वसा चुके हैं। ते घर नूं वसाउणा, फिर उस घर दे विचों आप खुद उजड़ जाना, जमना फिर मर जाना। ये है ते एक परमेश्वर दा रचिया होया अपना खेल है, जिसनों गुरबाणी ने बड़ी जगह ते सिद्ध किया है कि परमेश्वर दा एक खेल बनया होया है। जीवां नूं पैदाइश करनी, जीवां दी पालन पोषणा करनी, फिर उन्हां नूं लै करना और जन्म है कि मरना है कि। इनू तो गुरु साहिब जी महाराज इंज बयान करते हैं, कहते ये तो दो बहुत वड्डियां सजावां लगियां हुई ने मनुख नूं। बहुत वड्डी सजा, जिहड़ी बहुत वड्डी सजा है उन्होंने तो फिर सब तो वड्डा परमेश्वर ही कटेगा। जिड्डी वड्डी सजा है उन्होंने तो उस तो भी कोई पावरफुल सजा नूं कट सकता है, वरना ये सजा नहीं कट्टी जानी। समाज दे विच कानून बने हैं, कानून दे विच एक जज सजा करता है तो सैशन जज दे कोल बंदा जाता है कि शायद हो सकता माफ़ी मिल जाए, नहीं मिली, फिर उस तो वड्डे हाई कोर्ट वाला रुख कर लेंदा है, सुप्रीम कोर्ट जाता है, राष्ट्रपति तक जाता है। किवें ना किवें सज़ा जिहड़ी है वो माफ़ हो जाए, क्योंकि जिहड़ी वड्डी सज़ा लगी है उन्होंने कोई वड्डा ही माफ़ कर सकता है। तो गुरबाणी ने गल सिद्ध कर दी है कि जमना अते मरना ये बहुत वड्डियां बंदे नूं दो सजावां लगियां हुई ने। हुण इन्हां सज़ा तो जिहड़ी मुक्ति है वो कोई नहीं दे सकता सिवाय कल्ले परमेश्वर तो बिना।
ਮੁਕਤੀ ਤੇ ਕਿਸੇ ਨੇ ਕੀ ਦੇਣੀ ਹੈ। ਸੰਸਾਰ ਦੇ ਵਿੱਚ ਤੇ ਗੁਰਬਾਣੀ ਤੋਂ ਬਿਨਾਂ ਕੋਈ ਦੱਸਦਾ ਵੀ ਨਹੀਂ ਵੀ ਤੇਰਾ ਜੰਮਣਾ ਤੇ ਮਰਨਾ ਤੈਨੂੰ ਸਜ਼ਾ ਲੱਗੀ ਹੈ, ਨਹੀਂ ਦੱਸਦਾ ਕੋਈ। ਉਲਟ ਸੰਸਾਰ ਇਹਦੇ ਜਨਮ ਨੂੰ ਇੰਨਾ ਗਹਿਰਾ ਲੈ ਲੈਂਦਾ ਹੈ, ਇੰਨਾ ਗਹਿਰਾ ਲੈ ਲੈਂਦਾ ਹੈ ਕਿ ਮਰਨ ਦੀਆਂ ਗੱਲਾਂ ਤੱਕ ਨਹੀਂ ਯਾਦ ਕਰਦਾ। ਸੰਸਾਰ ਨੇ ਗਹਿਰਾ ਲੈਤਾ ਹੋਇਆ ਹੈ ਆਪਣੇ ਜਨਮ ਨੂੰ, ਤੇ ਜਿੰਨਾ ਕੋਈ ਜਨਮ ਨੂੰ ਗਹਿਰਾ ਲੈਂਦਾ ਓਨਾ ਹੀ ਮਰਨ ਦਾ ਦੁੱਖ ਜ਼ਿਆਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਤਾਂ ਤੈਨੂੰ ਦੋ ਸਜ਼ਾਵਾਂ ਲੱਗੀਆਂ ਹੋਈਆਂ ਨੇ, ਜਮ ਜਮ ਮਰੈ, ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਦੋ ਸਜ਼ਾਵਾਂ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤੀਆਂ ਨੇ, ਬਹੁਤ ਸਜਾਏ ਪਿਆ ਦੇਸ਼ ਲੰਮੈ। ਪਹਿਲਾਂ ਤਾਂ ਪਰਮੇਸ਼ਰ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਵੀ ਤੈਨੂੰ ਸਜ਼ਾ ਕੀ ਲੱਗੀ ਹੋਈ ਹੈ, ਜੰਮਣ ਤੇ ਮਰਨ ਦੀ ਵੱਡੀ ਸਜ਼ਾ। ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਐ ਮਨੁੱਖ ਤੈਨੂੰ ਇਹ ਜਨਮ ਮਿਲੇ ਹੀ ਇਸ ਵਾਸਤੇ ਹੈ ਕਿ ਤੂੰ ਜਨਮ ਅਤੇ ਮਰਨ ਤੋਂ ਰਹਿਤ ਹੋ ਜਾਏ। ਹੁਣ ਸਭ ਤੋਂ ਵੱਡੀ ਇਹ ਸਜ਼ਾ ਹੈ, ਤੇ ਸਭ ਤੋਂ ਵੱਡੀ ਸਜ਼ਾ ਤੋਂ ਬਚਾਵੇਗਾ ਕੌਣ? ਜਿਹੜਾ ਸਿਰਮੌਰ ਸਭ ਤੋਂ ਵੱਡਾ ਹੋਇਆ। ਤੇ ਸਭ ਤੋਂ ਵੱਡਾ ਕੌਣ ਹੈ? ਪਰਮੇਸ਼ਰ ਹੈ। ਪਰਮੇਸ਼ਰ ਤੋਂ ਵੱਡਾ ਤੇ ਕੋਈ ਹੈ ਹੀ ਨਹੀਂ, ਹੈ ਹੀ ਨਹੀਂ ਕੋਈ ਇਸ ਤੋਂ ਵੱਡਾ। ਤੇ ਫਿਰ ਪਰਮੇਸ਼ਰ ਜਿਹੜੇ ਨੇ ਪਹਿਲੇ ਦੱਸਦੇ ਨੇ ਕਿ ਤੈਨੂੰ ਸਜ਼ਾ ਲੱਗੀ ਹੋਈ ਹੈ, ਤੂੰ ਸਤ ਸੰਗਤ ਕਰਨੀ ਹੈ, ਗੁਰਬਾਣੀ ਪੜ੍ਹਨੀ ਹੈ, ਸੁਣਨੀ ਹੈ, ਅਮਲ ਕਰਨਾ ਹੈ, ਗੁਰਬਾਣੀ ਨੂੰ ਮੁੱਖ ਰੱਖ ਕੇ ਆਪਣਾ ਜੀਵਨ ਬਤੀਤ ਕਰਨਾ ਹੈ, ਤਾਂ ਕਿ ਜਿਹੜੀਆਂ ਤੈਨੂੰ ਸਭ ਤੋਂ ਵੱਡੀਆਂ ਦੋ ਸਜ਼ਾਵਾਂ ਲੱਗੀਆਂ ਨੇ ਇਹਨਾਂ ਸਜ਼ਾ ਤੋਂ ਤੂੰ ਬਚ ਰਹੇ। ਹੁਣ ਇਹਨਾਂ ਸਜ਼ਾਵਾਂ ਤੋਂ ਬਚਣ ਦਾ ਤਰੀਕਾ ਵੀ ਗੁਰਬਾਣੀ ਨੇ ਰੱਖਿਆ ਹੋਇਆ ਆਪਣੇ ਕੋਲ। ਉਹ ਤਰੀਕਾ ਹੈ ਕਿ ਨਾਮ ਜਪਦਿਆਂ ਜਪਦਿਆਂ ਤੈਨੂੰ ਮੁਕਤੀ ਮਿਲ ਜਾਣੀ ਹੈ। ਮੁਕਤੀ ਦੇ ਵਿੱਚ ਕੀ ਹੁੰਦਾ ਹੈ? ਮੁਕਤੀ ਕਿਹਨੂੰ ਕਹਿੰਦੇ ਨੇ? ਮੁਕਤੀ ਕਹਿੰਦੇ ਨੇ ਜੰਮਣ ਦੀ ਕੋਈ ਖੁਸ਼ੀ ਨਹੀਂ, ਮਰਨ ਦਾ ਕੋਈ ਗਮ ਨਹੀਂ, ਜਿਉਂਦੇ ਜੀ ਮੁਕਤ ਹੋ ਗਏ। ਮਤੀ ਦਾਸ ਨੇ ਖੁਦ ਕਹਿ ਕੇ ਜਲਾਦ ਤੋਂ ਆਰਾ ਲਵਾਇਆ ਸੀ ਕਿ ਆਰੇ ਦਾ ਜਿਹੜਾ ਚੀਰ ਹੈ ਨਾ, ਇਹ ਟੇਢਾ ਬਿੰਗਾ ਨਾ ਦੇ ਦੇ ਕਿਤੇ। ਭਾਈ ਮਤੀ ਦਾਸ ਜੀ ਕਹਿੰਦੇ ਮੇਰੇ ਨੱਕ ਦੀ ਸੇਧ, ਜਿਹੜੀ ਨੱਕ ਦੀ ਨਾੜ ਹੈ ਨਾ, ਇਹ ਨਾੜ ਵੀ ਵਿਚਾਲਿਓਂ ਕੱਟੀ ਜਾਣੀ ਚਾਹੀਦੀ ਹੈ। ਇੰਨਾ ਆਰੇ ਦਾ ਜਿਹੜਾ ਹੈ ਉਹ ਤੋਂ ਸੇਧ ਰੱਖਣੀ ਹੈ। ਕਿਉਂ ਕਿਹਾ? ਕਿਉਂਕਿ ਉਹ ਜਿਉਂਦੇ ਜੀ ਮੁਕਤ ਹੋ ਗਏ ਸੀ, ਜਿਉਂਦੇ ਜੀ ਮੁਕਤ ਹੋ ਗਏ। ਤੇ ਜੰਮਣ ਦਾ ਕੋਈ ਖੁਸ਼ੀ ਨਹੀਂ ਹੈ, ਮਰਨ ਦਾ ਕੋਈ ਗਮ ਨਹੀਂ ਹੈ। ਐਸੇ ਪੁਰਖ ਨੂੰ ਕਹਿ ਸਕਦੇ ਨੇ ਜੀਵਨ ਮੁਕਤ। ਇਹ ਤੇ ਜੀਵਨ ਜਿਉਂਦਾ ਜੀ ਮੁਕਤ ਹੋ ਗਏ, ਜਿਉਂਦੇ ਜੀ ਮੁਕਤ। ਔਰ ਇਹ ਮੁਕਤੀ ਜਿਹੜੀ ਹੈ, ਇਹ ਮੁਕਤੀ ਪਰਮੇਸ਼ਰ ਦੇ ਨਾਮ ਸਿਮਰਨ ਕਰਨ ਤੋਂ ਬਿਨਾਂ ਨਹੀਂ ਮਿਲਦੀ। ਭਾਵੇਂ ਬਥੇਰੇ ਨੇ ਐਸੇ ਜਿਹੜੇ ਕਹਿੰਦੇ ਨੇ ਕਿ 84 ਲੱਖ ਜੌਨ ਕੱਟ ਦਿੰਨੇ ਆ ਤੇਰੀ, ਬਥੇਰੇ ਨੇ ਐਸੇ, ਬਥੇਰੇ ਐਸੇ ਧਾਰਮਿਕ ਮਨੁੱਖ ਨੇ ਜਿਹੜੇ ਕਹਿ ਦਿੰਦੇ ਤੈਨੂੰ ਸੱਚਖੰਡ ਦੇ ਦਰਸ਼ਨ ਕਰਾ ਦਿੰਦੇ। ਇਹਨੂੰ ਆਪਣੇ ਅੰਦਰੋਂ ਤੇ ਕੋਈ ਦਰਸ਼ਨ ਨਹੀਂ ਹੋਏ, ਇਹ ਸੱਚਖੰਡ ਦੇ ਦਰਸ਼ਨ ਕਰਾਉਂਦੇ ਫਿਰਦੇ ਨੇ। ਕੋਈ ਸੱਚਖੰਡ ਦੇ ਦਰਸ਼ਨ ਕਰਾ ਰਿਹਾ ਹੈ, ਕੋਈ ਸਵਰਗਾਂ ਦੇ ਦਰਸ਼ਨ ਕਰਾ ਰਿਹਾ, ਤੈਨੂੰ ਸਵਰਗਾਂ ਦੇ ਵਿੱਚ ਦਰਸ਼ਨ ਕਰਾ ਦਈਏ। ਕੋਈ ਮੁਕਤੀ ਦੇ ਰਿਹਾ, ਕੋਈ ਕਹਿੰਦਾ 84 ਲੱਖ ਜੋਨ ਅਸੀਂ ਤੈਨੂੰ ਲਿਖ ਕੇ ਦਿੰਦੇ ਹਾਂ ਕਿ ਤੂੰ ਮੁਕਤ ਹੋ ਗਿਆ 84 ਲੱਖ ਜੋਨ ਚੋਂ। ਹੱਦ ਹੋਈ ਪਈ ਹੈ। ਸਾਰੀ ਦੁਨੀਆ ਦੇ ਵਿੱਚ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮ ਹੈ ਕਿ ਜਿਉਂਦੇ ਜੀ ਮੁਕਤ ਹੋਣਾ
ਤੇ ਬਿਨਾਂ ਸਿਮਰਨ ਬੰਦਗੀ ਤੋਂ ਕੀਤਿਆਂ ਮੁਕਤੀ ਨਹੀਂ ਮਿਲਣੀ, ਨਹੀਂ ਮਿਲੇਗੀ। ਉਹ ਤੇ ਇੱਕ ਦੁਨੀਆ ਨੇ ਆਸਾਨ ਤਰੀਕਾ ਲੱਭਿਆ ਹੋਇਆ ਹੈ, ਨਹੀਂ ਮਿਲੇਗੀ ਮੁਕਤੀ। ਤੋ ਜਿਉਂਦੇ ਜੀ ਮੁਕਤੀ ਜਿਹੜੀ ਹੈ ਪਰਮੇਸ਼ਰ ਜੀ ਬਖਸ਼ਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਜੰਮਣਾ ਮਰਨਾ ਜੰਮਣਾ ਮਰਨਾ, ਐਸੇ ਘਰਾਂ ਦੇ ਵਿੱਚ ਤੇ ਅਸੀਂ ਬਹੁਤ ਘਰ ਵਸਾਏ ਹੋਏ ਨੇ। ਇਹ ਪਰਮੇਸ਼ਰ ਕਿਰਪਾ ਕਰਿਓ ਕਿ ਹੁਣ ਇਸ ਜੰਮਣ ਅਤੇ ਮਰਨ ਤੋਂ ਰਹਿਤ ਹੋ ਜਾਈਏ। ਇਹਦੇ ਵਿੱਚ ਕਿਹੜਾ ਜੰਮਣਾ ਅਤੇ ਮਰਨਾ ਜਿਹੜਾ ਇਹਦੇ ਵਿਚਕਾਰ ਦਾ ਰਸਤਾ ਹੈ ਨਾ, ਉਹ ਰਸਤੇ 'ਤੇ ਚੱਲਣ ਵਾਸਤੇ ਅਸੀਂ ਪਰਮੇਸ਼ਰ ਦੇ ਚਰਨਾਂ ਵਿੱਚ ਨਿਤ ਆਉਂਦੇ ਹਾਂ। ਕਿਸੇ ਦਾ ਜਨਮ ਹੋਣਾ ਹੈ, ਕਦੋਂ ਹੋਣਾ ਹੈ, ਇਹ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ, ਕਿਸੇ ਦੇ ਹੱਥ ਦੇ ਵਿੱਚ ਨਹੀਂ ਹੈ। ਕੋਈ ਵੀ ਬੰਦਾ ਅੱਜ ਤੱਕ ਇਹੋ ਜਿਹਾ ਨਹੀਂ ਹੈ ਜਿਹਨੇ ਪਰਮੇਸ਼ਰ ਨੂੰ ਮੂੰਹੋਂ ਕਿਹਾ ਹੋਵੇ ਕਿ ਮੈਂ ਫਲਾਣੇ ਦੇ ਘਰੇ ਜੰਮਣਾ ਹੈ, ਨਹੀਂ ਹੈ। ਕਿਸੇ ਦੇ ਘਰ ਕਦੋਂ ਜਨਮ ਹੋਣਾ ਹੈ, ਕਿਹਦਾ ਜਨਮ ਹੋਣਾ ਹੈ, ਇਹ ਖੇਡ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ। ਕਦੋਂ ਉਸ ਜਨਮੇ ਹੋਏ ਬੱਚੇ ਦਾ ਅੰਤ ਹੋਣਾ ਹੈ, ਕਿਹੜੇ ਟਾਈਮ 'ਤੇ ਹੋਣਾ ਹੈ, ਕਦੋਂ ਹੋਣਾ ਹੈ, ਇਹ ਵੀ ਪਰਮੇਸ਼ਰ ਦੇ ਹੱਥ ਦੇ ਵਿੱਚ ਖੇਡ ਹੈ, ਕਿਸੇ ਬੰਦੇ ਦੇ ਹੱਥ ਦੇ ਵਿੱਚ ਨਹੀਂ ਹੈ। ਦੋ ਹੀ ਖੇਲ ਜ਼ਿੰਦਗੀ ਦੇ ਵੱਡੇ ਨੇ, ਜੰਮਣਾ ਤੇ ਮਰਨਾ, ਤੇ ਦੋਨੇ ਖੇਲ ਪਰਮੇਸ਼ਰ ਦੇ ਹੱਥ ਦੇ ਵਿੱਚ ਨੇ। ਪਰਮੇਸ਼ਰ ਖੁਦ ਕਹਿ ਰਹੇ ਨੇ ਇਹ ਤੈਨੂੰ ਸਜ਼ਾ ਮਿਲੀ ਹੋਈ ਹੈ, ਬਹੁਤ ਵੱਡੀ ਸਜ਼ਾ। ਗੁਰਬਾਣੀ ਅਸੀਂ ਸਾਰੀ ਪੜ੍ਹਦੇ ਹਾਂ। ਕਦੇ ਸਤਿਗੁਰਾਂ ਨੇ ਕਿਸੇ ਪੰਗਤੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਤੈਨੂੰ ਬਹੁਤ ਵੱਡੀ ਸਜ਼ਾ ਲੱਗੀ ਹੋਈ ਹੈ, ਤੂੰ ਜਗਤ ਵਿੱਚ ਆਇਆ ਹੈ? ਨਹੀਂ ਕਹੀ। ਕਦੇ ਕਿਸੇ ਨੂੰ ਸਤਿਗੁਰਾਂ ਨੇ ਕਿਹਾ ਕਿ ਤੈਨੂੰ ਬਹੁਤ ਵੱਡਾ ਰੋਗ ਲੱਗ ਗਿਆ, ਤੈਨੂੰ ਸਜ਼ਾ ਲੱਗੀ ਹੋਈ ਹੈ? ਨਹੀਂ ਕਹੀ। ਪਰ ਜੰਮਣ ਤੇ ਮਰਨ ਦੀ ਦੋ ਗੱਲਾਂ ਦੀ ਸਜ਼ਾ ਸਤਿਗੁਰ ਮਹਾਰਾਜ ਕਹਿ ਰਹੇ ਨੇ ਕਿ ਤੈਨੂੰ ਇਹ ਸਜ਼ਾਵਾਂ ਲੱਗੀਆਂ ਹੋਈਆਂ ਨੇ, ਤੇ ਇਹਨਾਂ ਸਜ਼ਾਵਾਂ ਤੋਂ ਤੂੰ ਬਚਣ ਵਾਸਤੇ ਤੇਰੇ ਕੋਲੇ ਵਿਚਕਾਰ ਦਾ ਰਸਤਾ ਹੈ ਮੁਕਤੀ ਦਾ। ਉਹ ਮੁਕਤੀ ਮਿਲਣੀ ਹੈ ਜਿਉਂਦੇ ਜੀ। ਬੇਨੀ ਕਹੈ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰ ਕੇ ਕਿਸੇ ਨੂੰ ਮੁਕਤੀ ਨਹੀਂ ਮਿਲਦੀ। ਜਦ ਵੀ ਮਿਲਦੀ ਹੈ ਤੇ ਉਹ ਮੁਕਤ ਹੋ ਜਾਂਦਾ ਹੈ। ਤੇ ਜਿਹੜੇ ਮੁਕਤ ਹੋਏ ਨੇ, ਸਾਡੇ ਕੋਲ ਇਤਿਹਾਸ ਦੇ ਸੁਨਹਿਰੀ ਪੰਨੇ ਹਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਹਵਾਲਾ ਦਿੰਦੀ ਹੈ। ਸੀਸ ਵੱਡੇ ਕਰ ਵੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਜਿਹੜੇ ਜਿਉਂਦੇ ਜੀ ਮੁਕਤ ਹੋਏ, ਉਹਨਾਂ ਨੇ ਆਪਣੇ ਗੁਰੂ ਦੀ ਪੈਗੰਬਰ ਦੀ ਬਿਨਾਂ ਸੀਸ ਤੋਂ ਸੇਵਾ ਕੀਤੀ ਹੈ। ਗੁਰਬਾਣੀ ਸਾਡੇ ਕੋਲ ਹੈ, ਇਤਿਹਾਸ ਦੇ ਸੁਨਹਿਰੀ ਪੰਨੇ ਕੋ ਸਾਡੇ ਕੋਲ ਨੇ। ਬਾਬਾ ਦੀਪ ਸਿੰਘ ਜੀ ਸ਼ਹੀਦ ਜਦ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਚੱਲੇ ਨੇ, ਭਾਵੇਂ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਤੋਂ ਪਹਿਲਾਂ ਸੀਸ ਕੱਟਿਆ ਗਿਆ ਸੀ, ਖੱਬੇ ਹੱਥ ਤੇ ਸੀਸ ਤਲੀ ਤੇ ਰੱਖ ਕੇ ਸੱਜੇ ਹੱਥ ਦੇ ਨਾਲ 18 ਸ਼ੇਰ ਦੇ ਖੰਡੇ ਦੇ ਨਾਲ ਮੁਗਲਾਂ ਦਾ ਨਾਸ਼ ਕਰਦੇ ਹੋਏ ਹਰਿਮੰਦਰ ਸਾਹਿਬ ਪਰਿਕਰਮਾ ਦੇ ਵਿੱਚ ਆਪਣਾ ਸੀਸ ਜਾ ਕੇ ਰੱਖਿਆ ਸੀ। ਜਿਉਂਦੇ ਜੀ ਮੁਕਤੀ, ਇਹਨੂੰ ਜਿਉਂਦੇ ਜੀ ਮੁਕਤ ਕਹਿੰਦੇ ਨੇ। ਉਹਨਾਂ ਦੇ ਕੋਲ ਜਿਉਂਦੇ ਜੀ ਮੁਕਤੀ ਸੀ। ਜਿਹੜੇ ਜਿਉਂਦੇ ਜੀ ਮੁਕਤ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਉਹਨਾਂ ਦਾ ਸੀਸ ਕੱਟਿਆ ਜਾਵੇ, ਧੜ ਤੋਂ ਜੁਦਾ ਹੋ ਜਾਵੇ, ਫਿਰ ਵੀ ਦਰਦ ਕੋਈ ਨਹੀਂ ਹੁੰਦਾ, ਨਹੀਂ ਹੁੰਦਾ। ਤੇ ਜਿਹੜੇ ਜਿਉਂਦੇ ਜੀ ਮੁਕਤੀ ਨਹੀਂ ਹੈ, ਜਿਹੜੇ ਰੱਬ ਤੋਂ ਹਮੇਸ਼ਾ ਦੂਰ ਰਹਿੰਦੇ ਨੇ, ਹਮੇਸ਼ਾ ਦੂਰ ਭੱਜਦੇ ਨੇ, ਇਹਨਾਂ ਦੇ ਪੈਰ ਦੇ ਵਿੱਚ ਕੰਡਾ ਵੱਜ ਜੇ ਬੜਾ ਦਰਦ ਹੁੰਦਾ, ਬੜਾ ਦੁਖੀ ਹੁੰਦੇ ਨੇ, ਨੱਸਦੇ ਨੇ, ਭੱਜਦੇ ਨੇ। ਪਰਿਵਾਰ 'ਤੇ ਕੋਈ ਦੁੱਖ ਆਵੇ, ਬੜਾ ਨੱਸ ਭੱਜ ਕਰਨੀ ਪੈਂਦੀ ਹੈ। ਜਿਉਂਦੇ ਜੀ ਮੁਕਤ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਦੋ ਤੈਨੂੰ ਸਜ਼ਾਵਾਂ ਲੱਗੀਆਂ ਨੇ, ਔਰ ਇਹਨਾਂ ਸਜ਼ਾਵਾਂ ਤੋਂ ਬਚਣ ਦਾ ਤਰੀਕਾ ਇੱਕੋ ਹੀ ਹੈ ਕਿ ਤੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾ, ਦੂਜਾ ਕੋਈ ਹੱਲ ਨਹੀਂ ਹੈ। ਤੇ ਪਰਮੇਸ਼ਰ ਦੇ ਨਾਲ ਜਿਹੜੇ ਜੁੜੇ ਨੇ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ, ਜਿਹੜੇ ਸਿਮਰਨ ਦੇ ਪੁੰਜ ਨੇ,
22 ਮੰਜੀਆਂ ਦੇ ਕੇ ਸਿੱਖਾਂ ਨੂੰ ਤੋਰਿਆ ਹੈ। ਉਹਨਾਂ ਟਾਈਮਾਂ ਦੇ ਵਿੱਚ ਮੰਜੀਆਂ ਦੇਣਾ ਕਿਸ ਨੂੰ ਕਹਿੰਦੇ ਸਨ ਕਿ ਗੁਰੂ ਨੇ ਆਪਣੇ ਕੋਲੋਂ ਆਸ਼ੀਰਵਾਦ ਦੇਣਾ ਕਿ ਲੈ ਗੁਰਮੁਖਾ ਤੂੰ ਇਸ ਏਰੀਏ ਦੇ ਵਿੱਚ ਚਲਿਆ ਜਾ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰ। ਆਸ਼ੀਰਵਾਦ ਦੇ ਕੇ ਤੋਰਨਾ ਮੰਜੀ ਕਹਿੰਦੇ ਨੇ। 22 ਮੰਜੀਆਂ 22 ਮੰਜੀਆਂ ਦੇ ਵਿੱਚੋਂ ਇੱਕ ਭਾਈ ਫੱਗੂ ਜੀ ਹੋਏ ਨੇ। ਇਹ 22 ਮੰਜੀਆਂ ਪੰਜਾਬ ਦੀ ਫਗਵਾੜੇ ਦੀ ਧਰਤੀ ਤੋਂ ਸ਼ੁਰੂ ਹੋਈਆਂ ਤੇ ਭਾਈ ਫੱਗੂ ਜੀ ਦੀ ਡਿਊਟੀ ਲੱਗੀ ਆਸ਼ੀਰਵਾਦ ਸਤਿਗੁਰਾਂ ਦਾ ਕਿ ਉਹਨਾਂ ਨੇ ਬਿਹਾਰ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ। ਸਾਸਾਰਾਮ ਦੇ ਵਿੱਚ ਉੱਥੇ ਗਏ ਨੇ। ਸਤਿਗੁਰਾਂ ਦਾ ਹੁਕਮ ਸੀ, ਭਾਵੇਂ ਉਹਨਾਂ ਟਾਈਮਾਂ ਦੇ ਵਿੱਚ ਕੋਈ ਮੋਟਰ ਗੱਡੀਆਂ ਨਹੀਂ ਸੀ, ਕੋਈ ਕਿਲੋਮੀਟਰਾਂ ਦੇ ਸਾਧਨ ਨਹੀਂ ਸੀ, ਕੋਈ ਸੜਕਾਂ ਨਹੀਂ ਸੀ, ਪੱਗ ਡੰਡੀਆਂ ਸੀ। ਫਿਰ ਵੀ ਜਿਹੜੀ ਦਿਸ਼ਾ ਦੇ ਵੱਲ ਸਤਿਗੁਰਾਂ ਨੇ ਤੋਰਿਆ, ਉਹ ਦਿਸ਼ਾ ਦੇ ਵੱਲ ਹੁਕਮ ਮੰਨ ਕੇ ਸਤਿਗੁਰਾਂ ਦਾ ਇਸ ਪੰਜਾਬ ਦੀ ਧਰਤੀ ਤੋਂ ਸਿੱਖੀ ਬਿਹਾਰ ਤੱਕ ਪਹੁੰਚ ਗਈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵੇਲੇ, ਤੀਜੇ ਪਾਤਸ਼ਾਹ ਮਹਾਰਾਜ ਵੇਲੇ। ਇੱਥੋਂ ਸਿੱਧ ਹੁੰਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਸਿੱਖੀ ਕਿੱਥੋਂ ਤੱਕ ਫੈਲੀ ਹੋਈ ਸੀ, ਕਿੱਥੋਂ ਤੱਕ ਫੈਲੀ ਹੋਈ ਸੀ। ਅਜੋਕੇ ਸਮੇਂ ਦੀ ਤੇ ਚਾਰ ਦੀਵਾਰੀਆਂ ਦੇ ਅੰਦਰ ਸਿੱਖੀ ਬੰਦ ਹੋ ਕੇ ਰਹਿ ਗਈ ਹੈ। ਮਾਫ਼ ਕਰਨਾ, ਚਾਰ ਦੀਵਾਰੀਆਂ ਦੇ ਅੰਦਰ ਹੀ ਬੰਦ ਹੈ। ਉਹਨਾਂ ਕੀ ਕੰਮ ਕਰੋ ਜਿੰਨੇ ਕੁ ਬਿਨਾਂ ਨਹੀਂ ਸਰਦਾ। ਕੋਈ ਪ੍ਰਚਾਰ ਨਹੀਂ ਹੈ, ਕੋਈ ਪਰਉਪਕਾਰ ਨਹੀਂ ਹੈ, ਕੋਈ ਦਲੀਲ ਨਹੀਂ ਹੈ, ਕੋਈ ਸਿਮਰਨ ਨਹੀਂ ਹੈ, ਕੋਈ ਬੰਦਗੀ ਨਹੀਂ ਹੈ, ਕੁਝ ਵੀ ਨਹੀਂ। ਚਾਰ ਦੀਵਾਰੀ ਦੇ ਅੰਦਰ ਸਿੱਖੀ ਸੀ ਜਿਹੜੀ, ਉਹ ਬੰਦ ਹੋ ਕੇ ਰਹਿ ਗਈ ਹੈ। ਕਾਰਨ ਕੀ ਹੋਇਆ? ਕਿਉਂਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕ ਅਨਪੜ੍ਹ ਸੀਗੇ ਤੇ ਹੁਣ ਅਸੀਂ ਪੜ੍ਹੇ ਲਿਖੇ ਹਾਂ, ਹੁਣ ਅਸੀਂ ਸੂਝਵਾਨ ਹਾਂ, ਅਸੀਂ ਸਿਆਣੇ ਹਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਕੌਣ ਸਿਆਣਾ ਸੀਗਾ? ਤੇ ਸਾਡੇ ਵਰਗਾ ਸਿਆਣਾ ਤੇ ਕੋਈ ਪੈਦਾ ਹੀ ਨਹੀਂ ਹੋਇਆ ਹੋਣਾ ਜਿਨ੍ਹਾਂ ਨੇ ਇਹਨਾਂ ਚਾਰ ਦੀਵਾਰੀ ਦੇ ਅੰਦਰ ਸਿੱਖੀ ਦਾ ਗਲ ਘੁੱਟ ਕੇ ਰੱਖਿਆ ਹੋਇਆ ਹੈ। ਇਹ ਪ੍ਰਚਾਰ ਸੀ ਸਿੱਖੀ ਦਾ ਉਹਨਾਂ ਸਮਿਆਂ ਦੇ ਵਿੱਚ, ਔਰ ਗੁਰੂ ਦੀਆਂ ਸਖਤ ਹਦਾਇਤਾਂ ਨੇ ਸਿੱਖ ਨੂੰ ਕਿ ਗੁਰੂ ਦੀ ਸਿੱਖੀ ਦਾ ਤੂੰ ਪ੍ਰਚਾਰ ਕਰਨਾ ਹੈ, ਉੱਥੇ ਜਾ ਕੇ ਪ੍ਰਚਾਰ ਕਰਨਾ ਜਿੱਥੇ ਅੱਜ ਤੱਕ ਕੋਈ ਗਿਆ ਨਾ ਹੋਵੇ, ਦੂਰ ਦੂਰ ਤੱਕ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਕਰੋੜਾਂ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਉਹਨਾਂ ਸਮਿਆਂ ਦੇ ਵਿੱਚ ਤੁਰ ਕੇ। 4 ਉਦਾਸੀਆਂ ਕੀਤੀਆਂ ਨੇ। ਸਾਰੇ ਪਾਤਸ਼ਾਹੀਆਂ ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਇਸ ਪੰਜਾਬ ਤੋਂ ਸਿੱਖੀ ਦੀ ਮੰਜੀ ਮਿਲੀ ਹੈ ਭਾਈ ਫੱਗੂ ਜੀ ਨੂੰ, ਔਰ ਪਿਆਰ ਦੇ ਨਾਲ ਉਹਨਾਂ ਨੂੰ ਚਾਚਾ ਫੱਗੂ ਵੀ ਕਿਹਾ ਜਾਂਦਾ ਸੀ। ਇਤਿਹਾਸ 'ਚ ਨਾਮ ਹੈ ਚਾਚਾ ਫੱਗੂ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਹੁਕਮ ਮੰਨ ਕੇ ਭਾਈ ਫੱਗੂ ਜੀ ਗਏ ਨੇ ਬਿਹਾਰ ਦੇ ਵਿੱਚ। ਦੋ ਸਿੱਖ ਇਹੋ ਜਿਹੇ ਹੋਏ ਨੇ ਸਾਡੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਨੇ। ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਫੱਗੂ ਜੀ। ਹੁਕਮ ਮੰਨ ਕੇ ਚਲੇ ਗਏ ਸਤਿਗੁਰਾਂ ਦਾ, ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕੋਈ ਇਹ ਨਹੀਂ ਸੀਗਾ ਕਿ ਬਹੁਤੀਆਂ ਵੱਡੀਆਂ ਉਹਨਾਂ ਟਾਈਮਾਂ ਦੇ ਵਿੱਚ ਕੋਈ ਸਹੂਲਤਾਂ ਸੀਗੀਆਂ। ਧਰਮਸ਼ਾਲਾ ਦੇ ਅੰਦਰ ਬੈਠ ਕੇ ਆਪ ਸਿਮਰਨ ਕਰਨਾ, ਸੰਗਤਾਂ ਨੂੰ ਸਿਮਰਨ ਬੰਦਗੀ ਦੇ ਨਾਲ। ਤੇ ਭਾਈ ਫੱਗੂ ਜੀ ਪ੍ਰਚਾਰ ਕਰਦੇ ਰਹੇ। ਕਿੰਨਾ ਸਮਾਂ ਆ ਗਿਆ, ਤੀਜੇ ਪਾਤਸ਼ਾਹ ਮਹਾਰਾਜ ਤੋਂ ਜੋਤ ਚੱਲ ਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਪਹੁੰਚ ਗਈ।
पर भाई फग्गू जी प्रचार करते रहे सिक्खी का। तीजे पातशाह तो चले, नौवें पातशाह गुरु तेग बहादुर साहब महाराज तक सासाराम दे विच भाई फग्गू जी प्रचार करते रहे। किन्ना समा तब्दील हो गया। कोई भी प्रचारक इहो जिहा नहीं है जिहड़ा लगातार इन्ना एक जगह ते बह के प्रचार करता हो। माफ़ करना, जे कोई प्रचार करने वाला भी होवे ते उहनूं फिर प्रचार कर नहीं दिंदे। इन्ना टाइम कोई टिकण दिंदा कदे किसी नूं? किन्ना दौर बदल गया। सिख ते वो भी महाराज दे सीगे ते सिख असीं भी हाँ, अंतर बहुत है। नौवें पातशाह गुरु तेग बहादुर साहब जी महाराज दे विच जोत है ते गुरु तेग बहादुर साहब जी महाराज दे वेले भाई फग्गू जियां दा शरीर सी जिहड़ा वो बुढ़ेपे दे विच चलिया गया, बुढ़ेपे दे विच चलिया गया। ते फिर भाई फग्गू जियां दी अरदास पहुंची है गुरु तेग बहादुर साहब जी महाराज ने, क्योंकि भाई फग्गू जियां ने 8वें पातशाह गुरु हरकृष्ण साहब जी महाराज के दर्शन नहीं किए सी, बाकी पातशाहियों के किए सन। क्योंकि जद भी प्रचार करना तो संगत नूं नाल लेके गुरु के दर्शनों वास्ते आना, फिर चले जाना, फिर प्रचार करना, फिर संगत नूं इकट्ठी करना, गुरु के दर्शनों वास्ते आना, गुरु का हुक्म फिर लेके जाना। जिस तरह असी गुरु दरबार दे विच नित आउंदे आ, साडा मेन मनोरथ नित आउण दा यही है कि असी गुरु दे कोल नित आउंदे आ। नित की लैण वास्ते आउंदे आ? गुरु दा हुक्म सुनन वास्ते आउंदे आ। तो शायद असी कह सकते हैं कि साडे नालों वड्डे भागां वाला होर समाज दे विच अज तक कोई पैदा ही नहीं होया होना, क्योंकि पुराने जमानिਆਂ ਦੇ ਵਿੱਚ मोटर ਗੱਡੀਆਂ नहीं ਹੁੰਦੀਆਂ ਸੀ। तुरत के कदे 4-5 ਮਹੀਨਿਆਂ बाद 6 ਮਹੀਨਿਆਂ बाद साल बाद गुरु के दर्शन होंदे ते साल बाद सी जिहड़ा गुरु का हुक्म सी वो सुनिया जाता सी। ते हुण ते असी नित गुरु दे कोल आउंदे आ ते गुरु के दर्शन भी नित करते हैं ते गुरु के हुक्म नूं भी नित सुनते हैं। वो गल एक पासे रहेगी, असी मानते हैं चाहे नहीं मानते, वो गल एक पासे रहेगी। पर सब तो वड्डे भागां वाले सी अपने आप को कह सकते हैं, और इस वास्ते सब तो वड्डे भागां वाले कह सकते हैं क्योंकि जेड़े सिख रामदास साहिब जी महाराज वेले होए उन्होंने गुरु रामदास साहब महाराज के दर्शन किए, जिन्हों ने गुरु नानक देव साहब महाराज वेले होए उन्होंने गुरु नानक देव साहब महाराज के दर्शन किए, जेड़े सिख गुरु गोबिंद सिंह महाराज वेले होए उन्होंने गुरु गोबिंद सिंह महाराज के दर्शन किए। भाव दसे पातशाहियां दे दर्शन जिहड़े सीगे वो हर एक ने नहीं किए। असी वड्डे कर्मां वाले हैं क्योंकि सानू 11 गुरु ग्रंथ साहिब जी 11वें गुरु ग्रंथ साहिब जी महाराज जियां दे दसे पातशाहियां दे दर्शन अज इकट्ठे इक्को जगह ते हो रहे हैं। साथों वड्डे भागां वाला होर कौन होवेगा? होर कौन होवेगा? इस तो कोई वड्डे कर्म होर होणगे साडे? नित गुरुआं दे सतगुरां दे दर्शन करने, वो भी दसे पातशाहियां दे इकट्ठे। नित गुरु का हुक्म सुनना, वो भी दसे पातशाहियां दा इकट्ठियां दा। गुरु ते हुक्म नित करदा, कदे गुरु रामदास साहिब जी महाराज हुक्म करते हैं, कदे गुरु अर्जन देव साहिब जी महाराज हुक्म करते हैं, और असी दर्शन दीदारे श्री गुरु ग्रंथ साहिब महाराज जी दे करते हैं। हुक्म भी गुरु ग्रंथ साहिब जी महाराज का नित सुनते हैं। पुराने जमानों के विच ये नहीं सी। कदे कदाई सतगुरां दे दर्शन करने सिखा ने, ते कदी कदाई सतगुरु महाराज जियां दे हुक्म नूं सुनना। पर गजब की गल सी, वो सिक्खी दे बड़े पक्के सी। जिहड़ा सतगुरां दा एक बारी हुक्म सुन लैंदे ना, फिर भावें वो 2 सालां बाद 5 सालां बाद दर्शनां नूं आउंदे, पर वो सतगुरां दे हुक्म नूं भुलदे नहीं सी। अज असीं गुरु सतगुरां दा हुक्म सुन लैंदे ते नाल दी नाल भुल जाने, जिथे आके साडी बदकिस्मती खड़ जाती है। अज असीं बहुता समा नहीं याद रख सकते। इसे लिए गुरु गोबिंद सिंह महाराज ने अपने बचनां राही कहा सी, कहंदे आउण वाले समय दे विच हालात इहो जिहे होणगे
कि सारे घर मकान वड्डे वड्डे महल पक्के हो जाएंगे, उन्हां दे विच सिख कच्चे रहणगे। अज मकान ने, अज छन्ना ने, मकान कच्चे ने, अज सिखां दे कोल सिक्खी पक्की है उन्हां समयां दे विच। खैर, गुरु अमरदास साहब जी महाराज तो लैके 9वें पातशाह महाराजियां नूं ये अरदास बेनती करदा, ऐ गुरु नानक गुरु अमरदास साहब महाराजियां दी गद्दी दे वारस, अज मेरा शरीर बुढ़ेपे दे विच चलिया गया, हुण बिल्कुल जवाब दिंदा जा रहा है। आप जी किरपा करो कि मैनू आप जियां दे दर्शनां दी तांघ है। भाई फग्गू जी, गुरु तेग बहादुर साहब जी महाराज के चरनां दे विच ये अरदास भाई फग्गू जियां दी पहुंची, क्योंकि लम्मे समय तो लेके सिੱਖੀ का प्रचार करते रहे सी, लम्मे समय तो अरदास पहुंची तो गुरु तेग बहादुर साहब जी महाराज अपने सिख संगतां नूं नाल लैके बाहोदाही सासाराम बिहार दे विच भाई फग्गू जियां दे कोल पहुंचे ने। पर भाई फग्गू जियां ने की कीता सी, एक पासे ते उन्हां दी अपनी छन बनी हुई सी, अपने जिथे बैठ के प्रचार करते सी रैन बसेरा, ते दूजे पासे सी एक बहुत वधिया उन्हां समयां दे विच बहुत वधिया जिहड़ा सी एक कमरा तैयार कीता सी। भावें वो कच्चे हुंदे सी, पर उहदे विच एक सब तो वड्डी हुंदी सी कि उन्हां दे विच बरकतां हुंदियां सीगीआं। पुराने जिहड़े मकान बनदे सीगे, भावें वो कच्चे हुंदे सी, भावें उन्हां ते कोई बहुते सोहणे सुनखे तां नहीं हुंदे सी अज दे समय नूं देख के, पर उन्हां दे विच एक बरकत झाकदी हुंदी सी, बरकत बजुर्गां दी। इंज कहो कि उन्हां समयां दे विच मकानां दे विच बजुर्गां दी सच्ची ते सुच्ची कमाई बोलदी हुंदी सी, कमाई बोलदी हुंदी सी उन्हां समयां दे विच। अज की है, मनुख जिमें जिमें बेईमानी करके, ठगियां करके, चोरियां करके घर मकान वड्डे वड्डे बना लैंदा है, तो परिवार खीरू खीरू हो जाता है। सब दे सब परिवार खीरू खीरू ने। बरकत कित्थों आवे? ये मकान किस दे नाल बनाया सी? कित्थों आवे बरकत? ते बरकत दी सब तो वड्डी गल है, पुराने जमानिਆਂ ਦੇ ਵਿੱਚ बजुर्ग 10-10 घर इकट्ठे हो के ਵੱਡੀਆਂ ਵੱਡੀਆਂ ਜਿਹੜੇ ਦਰਖਤਾਂ ਨੂੰ ਪੱਟ ਕੇ ਉਹਨਾਂ ਦੀਆਂ ਵੱਡੀਆਂ ਵੱਡੀਆਂ ਲਟੈਣਾ ਚੜਾ ਕੇ ਜਿਹੜਾ ਸੀ ਉਹ ਆਪਣਾ ਘਰ ਤਿਆਰ ਕਰ ਲੈਂਦੇ ਸੀ। ਆਪ ਜੀ ਨੇ ਬਜ਼ੁਰਗ ਬੈਠੇ ਹੋ, ਤੁਹਾਨੂੰ ਇਹਨਾਂ ਗੱਲਾਂ ਦਾ ਚੰਗੀ ਤਰ੍ਹਾਂ ਪਤਾ ਹੈ। ਤੇ ਪਰ ਉਹਨਾਂ ਭਾਵੇਂ ਉਹ ਆਮ ਸਾਦੇ ਘਰ ਹੁੰਦੇ ਸੀ, ਉਹਨਾਂ ਦੇ ਵਿੱਚ ਬਜ਼ੁਰਗਾਂ ਦਾ ਪਿਆਰ ਤੇ ਬਜ਼ੁਰਗਾਂ ਦੀ ਸੱਚੀ ਕਿਰਤ ਕਮਾਈ ਦੀ ਬਰਕਤ ਝਾਕਦੀ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ। ਤੇ ਉਹ ਬਰਕਤ ਦਾ ਸਦਕਾ ਕੀ ਸੀਗਾ, ਉਹ ਕਮਾਈ ਦਾ ਸਦਕਾ ਕੀ ਸੀਗਾ ਕਿ ਇੱਕ ਕਮਰੇ ਦੇ ਵਿੱਚ 4-4 5-5 ਪਰਿਵਾਰਾਂ ਦੇ ਬੱਚੇ ਪਲ ਜਾਂਦੇ ਸੀ। ਇਹਨੂੰ ਕਹਿੰਦੇ ਨੇ ਬਰਕਤ, ਇਹਨੂੰ ਕਹਿੰਦੇ ਸੀ ਸੱਚੀ ਤੇ ਸੁੱਚੀ ਕਿਰਤ ਕਮਾਈ, 10 ਨੌਹਾਂ ਦੀ ਕਿਰਤ ਕਮਾਈ ਜਿਹਨੂੰ ਕਹਿੰਦੇ ਨੇ। ਉਹ ਬਰਕਤ ਸਦਕਾ, ਸੱਚੀ ਸੁੱਚੀ ਕਿਰਤ ਸਦਕਾ 10-10 ਬੱਚੇ ਇੱਕ ਛੱਤ ਥੱਲੇ ਪਾਲ ਲੈਂਦੇ ਸੀ। ਅੱਜ 10-10 ਛੱਤਾਂ ਥੱਲੇ ਇੱਕ ਬੱਚਾ ਨਹੀਂ ਪਲਦਾ। ਇੰਨਾ ਫਰਕ ਪੈ ਗਿਆ। ਉਹਨਾਂ ਸਮਿਆਂ ਦੇ ਵਿੱਚ ਇੱਕ ਛੱਤ ਥੱਲੇ 10-10 ਬੱਚੇ ਪਾਲ ਲੈਂਦੇ ਸੀ ਬਜ਼ੁਰਗ। ਅੱਜ 10 ਛੱਤਾਂ ਨੇ ਘਰ ਵਿੱਚ, ਬੱਚਾ ਇੱਕ ਨਹੀਂ ਪਲਦਾ। ਤਾਂ ਕਾਰਨ ਕੀ ਹੋਇਆ ਕਿ ਇੱਕ ਤਾਂ ਜਿਹੜੀ ਮਨੁੱਖ ਦੀ ਕਮਾਈ ਸੀ ਇਹਦੇ ਵਿੱਚ ਅੰਤਰ ਆ ਗਿਆ, ਦੂਜੀ ਜਿਹੜੀ ਸੀਗੀ ਇਹਦੀ ਸੱਚੀ ਤੇ ਸੁੱਚੀ ਕਮਾਈ ਦੇ ਨਾਲ ਜਿਹੜੀ ਇਹਦੇ ਘਰ ਦੇ ਵਿੱਚ ਬਰਕਤ ਸੀ, ਉਹ ਬਰਕਤ ਘਰਾਂ ਦੇ ਵਿੱਚੋਂ ਉਡਾਰੀਆਂ ਮਾਰ ਗਈ। ਹੈ ਸਾਰਾ ਕੁਝ ਪਰ ਫਿਰ ਵੀ ਭੁੱਖੇ ਆ। ਬਰਕਤ ਉਡਾਰੀਆਂ ਮਾਰ ਗਈ ਪੁਰਾਣੇ ਬਜ਼ੁਰਗਾਂ ਦੀ ਜਿਹੜੀ ਕਿਰਤ। ਤਾਂ ਹੀ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਗੁਰੂ ਨਾਨਕ ਦਾ ਪਹਿਲਾ ਸੰਦੇਸ਼ ਕੀ ਹੈ? ਕਿਰਤ ਕਰੋ। ਦੂਜਾ ਸੰਦੇਸ਼ ਆ ਗਿਆ ਨਾਮ ਜਪੋ, ਤੇ ਤੀਜਾ ਸੰਦੇਸ਼ ਹੈ ਵੰਡ ਕੇ ਛਕੋ। ਪਹਿਲਾਂ ਤਾਂ ਇਹਦੇ ਵਿੱਚ ਕਿਰਤ ਆ ਗਈ ਨਾ, ਕਿ ਜੇ ਕਿਰਤ ਸੱਚੀ ਤੇ ਸੁੱਚੀ ਹੈ ਤੇ ਇੱਕ ਛੱਤ ਥੱਲੇ ਤੂੰ ਭਾਵੇਂ ਜਿੰਨੇ ਮਰਜ਼ੀ ਬੱਚੇ ਪਾਲ ਲਈ, ਪਰ ਜੇ ਕਿਰਤ ਤੇਰੀ ਸੱਚੀ ਸੁੱਚੀ ਨਹੀਂ ਹੈ ਤੇ ਸੱਚ ਜਾਣੀ 10 ਛੱਤਾਂ ਥੱਲੇ ਤੇ ਤੋਂ ਇੱਕ ਬੱਚਾ ਵੀ ਨਹੀਂ ਪਾਲਿਆ ਜਾਣਾ। ਕਿਰਤ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ
समाप्ति का अपना समा हो गया। जदों गुरु साहिब जी महाराज नूं याद किया तो गुरु साहिब जी महाराज उत्थे पहुँच गए ने, ते भाई फग्गू ने एक कमरा स्पैशल गुरु साहिब जी महाराज के वास्ते बनाया हुआ सी। जिस दिन सतगुर आउणगे इस कमरे दे विच सतगुरु महाराज जी का आसन मैं लावांगा, बड़े प्यार सत्कार दे नाल। अपनी एक पासे छन बनी हुई है। गुरु तेग बहादुर साहिब जी महाराज जदों गए तो गुरु तेग बहादुर साहिब जी महाराज जी ने जाके आवाज़ मारी है, मिठड़ी आवाज़। वो किहड़ी आवाज़ सी गुरु साहिब जी महाराज दी? चाचा फग्गू जी आप जी घर ही हो। प्यार सत्कार दे नाल उन्हां नूं चाचा फग्गू जी कहंदे सी, इतिहास दे विच जिहड़ा लिखिआ। जद आवाज़ मारी सतगुर आए ने, बड़ा अदब किया, सत्कार किया। सतगुरां नूं जिहड़ी उन्हां वास्ते स्पैशल जगह बनाई सी उत्थे सतगुरु महाराज नूं बिठाया ते बेनती की। महाराज कहंदे मेरा शरीर है जिहड़ा हुण बुढ़ेपे दे विच चलिया गया, हुण मैथे शरीर है जिहड़ा ये पूर्ण रूप दे विच समर्थ नहीं रहा। तो आप जी ने पहले तो दर्शन बख्शिश किए, आप जी का शुकराना है, तो आप जी किरपा कर दो कि मैनू हुण इस जीवन तो मुक्ति बख्श दो। फिर उत्थे गुरु तेग बहादुर साहिब जी महाराज ने लगातार 21 दिन चाचे फग्गू कोले रहे ने गुरु तेग बहादुर साहिब जी महाराज। देखो सतगुरां दा प्यार अते सिख दा प्यार। अरदास बेनती की, गुरु तेग बहादुर साहब महाराज खुद चल के अपने सिख नूं मिलने वास्ते गए ने। कला यही नहीं कि मिले तो उत्थों वापस आ गए, लगातार 21 दिन गुरु तेग बहादुर साहब महाराज चाचे फग्गू कोले रहे ने उत्थे। कहंदे तुसीं सिੱਖੀ का प्रचार करदे हो। जे सिख सतगुरां नूं प्यार करे तो सतगुरु महाराज जी फिर भाई गुरदास जी कहते ने, चरण शरण गुर एक पैंडा जाहे चल, सतगुरु कोट पैंडा आगे होए लेत है। ऐ सिखा तू एक कदम सतगुरु महाराजियां दे वल प्यार सत्कार दे नाल पट, सतगुरु महाराज करोड़ां कदम पट के तैनूं मिलण वास्ते आउणगे। गुरु तेग बहादुर साहब महाराज करोड़ां कदम पट के सासाराम दे बिहार दे विच जाके चाचे फग्गू नूं मिलण वास्ते गए ने। 21 दिन रहे। फिर उत्थे सतगुरु महाराज जियां दा जिहड़ी सिल ते गुरु तेग बहादुर साहिब जी महाराज एक बहुत बड़े पत्थर ते बहिंदे रहे, इशनान पान करते रहे। वो अज भी वो संगतां जिहड़े है वो दर्शन दीदारे उत्थे जाके करदियां ने। ते गुरु साहिब जी महाराज जियां ने ये हुक्म किया, कहंदे भाई ऐ चाचे फग्गू जी इस जिहड़ी अज तो प्यार सत्कार दे नाल सानू अपने घर मकान दे विच बुलाया है, इहदे विच ਜਿਹੜੀਆਂ ਇੱਥੇ नाम दियां तो बरकतां बरसाउंदा रहा ना, अज नाम दियां बरकतां इत्थे स्पैशल नज़र आ रही ने। तो इस करके सानू आउणा पिया, जिस करके गुरु तेग बहादुर साहिब जी महाराज सब कुछ छड्ड के उन्होंने मिलण वास्ते गए। कारण की सीगा कि वो सिमरन अते बंदगी करते सी, सिੱਖੀ का प्रचार करते सी। इस दे बदौलत उन्होंने मिलिया कि गुरु अमरदास साहिब जी महाराज जियां तो लैके 9वें पातशाह गुरु तेग बहादुर साहब महाराज तक सिੱਖੀ का प्रचार करते रहे। तो सिੱਖੀ के प्रचार के नाल बरकतां आउणियां, बिना प्रचार तो बरकतां नहीं आउंदियां। पुराने जमानिਆਂ ਦੇ ਵਿੱਚ प्रचार असी सिख इतिहास पढ़ते सुनते हाँ, प्रचार सी उदों सिੱਖੀ का प्रचार अज भी हैगा। ये नहीं है गल कि अज नहीं है। बथेरे तो कह देंगे ने कि सिੱਖੀ का प्रचार नहीं है, प्रचार हैगा, पर उन्होंने मनण वाले कोई विरले वांझे रह गए ने। कोई करोड़ों की तादाद दे विच, लखां की तादाद दे विच विरले वांझे रह गए ने। गुरु साहिब जी महाराज किरपा करन। असीं सतगुरां दे चरनां दे विच आउंदे हां, सतगुरु महाराजियां दी गुरबाणी नूं पढ़दे सुणदे हां, कथा कीर्तन विचार करदे हां कि ऐ परमेश्वर जिहड़ी सानूं सज़ा लगी हुई है, बहुत वड्डियां सजावां जिहड़ियां आप जी दस रहे हो, इन्हां सजावां तो सानूं मुक्ति बख्श दे। इस वास्ते असीं सतगुरु महाराज दे चरनां दे विच आउंदे हां। जम जम मरै मरै फिर जमै, बहुत सजाए पिया देश लम्मै। ऐ परमेश्वर किरपा करियो, जिहड़ियां दो वड्डियां सजावां लगियां होईयां ने, ऐ असी सजावां तो बच रहीए। गुरु साहिब जी महाराज के दरबार विच असी हाज़र होए, गुरु दरबार दीयां हाज़रियां भरियां। गुरु साहिब जी महाराज किरपा करन, भोलदियां तो अनेक प्रकार दीयां भुल्लां आप जी खिमा बख्शनियां। गुरु साहिब जी महाराज समरथ बख्शिश करन। समाप्ति का समा प्रेम दे नाल सारी संगत बुलायो। फतेह। वाहिगुरू जी का खालसा, वाहिगुरू जी की फतेह।